सब तो पहला स्वागत है तुहाडा सारिਆਂ ਦਾ ਆਪਣੇ YouTube ਚੈਨਲ ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬੇਟਾ ਆਪਾਂ ਸਾਇੰਸ ਦੀ ਪ੍ਰੈਪਰੇਸ਼ਨ ਦੀ ਜਿਹੜੀ ਕਲਾਸ ਆ ਉਹ ਸਟਾਰਟ ਕਰਨ ਜਾ ਰਹੇ ਹਾਂਗੇ। ਇਹ ਸਾਇੰਸ ਦੀ ਜਿਹੜੀ ਪ੍ਰੈਪਰੇਸ਼ਨ ਹੈ ਤੁਹਾਡੀ CA ਟੈਟ PS ਟੈਟ ਤੇ ETT ਦੇ ਐਗਜ਼ਾਮ ਦੇ ਵਿੱਚ ਵੀ ਜਿਹੜੀ ਸਾਇੰਸ ਆਂਦੀ ਹੈ ਉਹਦੇ ਵਿੱਚ ਤੁਹਾਡੇ ਲਈ ਹੈਲਪਫੁਲ ਹੋਏਗੀ। ਅੱਜ ਆਪਾਂ ਮੈਟਲਸ ਐਂਡ ਨॉन ਮੈਟਲਸ ਵਾਲਾ ਜਿਹੜਾ ਟੌਪਿਕ ਆ ਉਹ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਜੇਕਰ ਆਪਾਂ ਮੈਟਲਸ ਦੀ ਗੱਲ ਕਰੀਏ ਤਾਂ ਇਹਨਾਂ ਦੀ ਫਸਟ ਪ੍ਰੋਪਰਟੀ ਮੈਟਲ ਨॉन ਮੈਟਲਸ ਦੇ ਵਿੱਚ ਆ ਜਾਂਦੀ ਆ ਮੈਲੇਬਿਲਿਟੀ। ਮੈਟਲਸ ਹੁੰਦੀਆਂ ਨੇ ਜਿਹੜੀਆਂ ਉਹ ਮੈਲੇਬਲ ਹੁੰਦੀਆਂ ਨੇ, ਦੈਟ ਇਜ਼ ਦੇ ਕੈਨ ਬੀ ਬਿਟਨ ਇਨਟੂ ਥਿਨ ਸ਼ੀਟਸ। ਆਪਾਂ ਉਹਨਾਂ ਨੂੰ ਕੁੱਟ ਕੇ ਪਤਲੀਆਂ ਸ਼ੀਟਸ ਦੇ ਵਿੱਚ ਤਹਿਆਂ ਦੇ ਵਿੱਚ ਕਨਵਰਟ ਕਰ ਸਕਦੇ ਆਂਗੇ, ਜਦਕਿ ਨॉन ਮੈਟਲਸ ਹੁੰਦੀਆਂ ਨੇ ਉਹ ਨॉन ਮੈਲੇਬਲ ਹੁੰਦੀਆਂ ਨੇ, ਉਹਨਾਂ ਨਾਲ ਆਪਾਂ ਇੱਦਾਂ नहीं कर सकते। इफ़ यू बीट आयरन नेल और एलूमीनीयम विद हैमर दे विल बी गैट कन्वर्टेड इनटू शीट्स। जेकर आप किसी भी लोहे की नेल नूं ਜਾਂ ਕਿਸੇ ਵੀ ਐਲੂਮੀਨੀਅਮ ਨੂੰ ਆਪਾਂ ਹਥੌੜੇ ਨਾਲ ਕੁੱਟਾਂਗੇ ਤਾਂ ਉਹ ਇੱਕ ਪਤਲੀ ਸ਼ੀਟ ਦੇ ਵਿੱਚ ਕਨਵਰਟ ਹੋ ਜਾਊਗਾ। ਜਦਕਿ ਨॉन ਮੈਟਲ ਦੀ ਐਗਜ਼ਾਮਪਲ ਕੀ ਹੈ, ਇਫ ਯੂ ਬੀਟ ਵੁੱਡ ਵਿਦ ਹੈਮਰ ਦੈਨ ਇਟ ਵਿਲ ਬ੍ਰੇਕ ਬਟ ਨਾਟ ਗੈਟ ਕਨਵਰਟਡ ਇਨਟੂ ਸ਼ੀਟ ਬਿਕੋਜ਼ ਵੁੱਡ ਇਜ਼ ਅ ਨॉन ਮੈਟਲ। ਲੱਕੜ ਆਪਾਂ ਨੂੰ ਪਤਾ ਨॉन ਮੈਟਲ ਹੁੰਦੀ ਹੈ, ਜੇਕਰ ਤੁਸੀਂ ਉਹਨੂੰ ਹਥੌੜੇ ਨਾਲ ਕੁੱਟੋਗੇ ਤਾਂ ਉਹ ਟੁੱਟ ਜੂਗੀ ਬਟ ਇੱਕ ਪਤਲੀ ਸ਼ੀਟ ਦੇ ਵਿੱਚ ਕਨਵਰਟ ਨਹੀਂ ਹੋਊਗੀ। ਸਿਲਵਰ ਫੋਇਲ ਯੂਜ਼ਡ ਫॉर ਡੈਕੋਰੇਟਿੰਗ ਸਵੀਟਸ। ਜਿਹੜੀ ਸਿਲਵਰ ਫੋਇਲਸ ਆ ਗਈਆਂ ਜਾਂ ਐਲੂਮੀਨੀਅਮ ਆ ਗਿਆ, ਜਿਹੜੀ ਮਿਠਾਈਆਂ 'ਤੇ ਲੱਗੀਆਂ ਹੁੰਦੀਆਂ ਸਿਲਵਰ ਫੋਇਲ ਜਾਂ ਐਲੂਮੀਨੀਅਮ, ਜਿਹੜਾ ਆਪਾਂ ਪੇਪਰ ਫੂਡ ਰੈਪ ਕਰਨ ਲਈ ਯੂਜ਼ ਕਰਦੇ ਆਂਗੇ, ਪਰਾਂਠੇ ਵਗੈਰਾ ਗਰਮ ਰੱਖਣ ਦੇ ਲਈ, ਹੈ ਨਾ, ਉਹ ਮੈਟਲਸ ਦੀ ਐਗਜ਼ਾਮਪਲ ਹੋ ਗਈ। ਉਹਨਾਂ ਨੂੰ ਥਿਨ ਸ਼ੀਟਸ ਦੇ ਵਿੱਚ ਕਨਵਰਟ ਕੀਤਾ ਹੁੰਦਾ। ਤਾਂ ਪਹਿਲੀ ਪ੍ਰੋਪਰਟੀ ਆ ਗਈ ਮੈਲੇਬਿਲਿਟੀ। ਮੈਟਲਸ ਹੁੰਦੇ ਨੇ ਜਿਹੜੇ ਉਹ ਮੈਲੇਬਲ ਹੁੰਦੇ ਨੇਗੇ, नॉन मैटल्स होंगे ने जोड़े नॉन मैलेबल होंगे ने। ठीक है, उस तो बाद नैक्सट आ गई डक्टिलिटी। मैटल्स आर डक्टाइल दैट इज़ दे कैन बी ड्रॉन इनटू थिन वायर्स। खिंचण जोग मतलब जिन्होंने आप खिंच के एक पतली तार बना सकते हैं, वो आ गई मैटल्स। नॉन मैटल्स आर नॉन डक्टाइल। नॉन मैटल्स नाल इदां नहीं हुंदा। मैटल्स दी एग्जाम्पल्स फिर एलूमीनीयम एंड कॉपर आ गई, जिहड़ी अपने घरां दे विच इलैक्ट्रिसिटी वायर्स जा रही होंदियां ने, उन्हां दी आउटिंग कवर ਤੇ ਵਿੱਚੋਂ ਵੀ ਉਹ ਕਾਪਰ ਜਾਂ ਐਲੂਮੀਨੀਅਮ ਨਾਲ ਹੁੰਦੀ ਹੈਗੀ, ਉਹ ਮੈਟਲ ਹੀ ਹੁੰਦੀ ਹੈ ਬੇਟਾ। ਨॉन ਮੈਟਲਸ ਦੇ ਵਿੱਚ ਤੁਸੀਂ ਕੋਈ ਵੀ ਕਦੇ ਵੀ ਕੋਲ ਜਾਂ ਵੁੱਡ ਦੀ ਕੋਈ ਵਾਇਰ ਬਣੀ ਦੇਖੀ ਨਹੀਂ ਹੋਊਗੀ, ਕਿਉਂਕਿ ਇਹ ਨॉन ਡਕਟਾਈਲ ਹੁੰਦੇ, ਇਹਨਾਂ ਨੂੰ ਆਪਾਂ ਥਿਨ ਵਾਇਰਸ ਦੇ ਵਿੱਚ ਕਨਵਰਟ ਕਰ ਹੀ ਨਹੀਂ ਸਕਦੇ। ਇਹ ਸੈਕਿੰਡ ਪ੍ਰੋਪਰਟੀ ਸੀਗੀ ਡਕਟਿਲਿਟੀ। ਨੈਕਸਟ ਆ ਗਿਆ ਚਾਲਕਤਾ, ਕੰਡਕਟਿਵਿਟੀ। ਜਿਹੜੀਆਂ ਮੈਟਲਸ ਹੁੰਦੀਆਂ ਨੇਗੀਆਂ ਉਹ ਗੁੱਡ ਕੰਡਕਟਰ ਹੁੰਦੀਆਂ, ਹੀਟ ਐਂਡ ਇਲੈਕਟ੍ਰੀਸਿਟੀ ਬੋਥ। ਮਤਲਬ ਉਹ ਆਪਣੇ ਵਿੱਚੋਂ ਹੀਟ ਨੂੰ ਵੀ ਪਾਸ ਕਰ ਦਿੰਦੀਆਂ ਨੇਗੀਆਂ ਅਤੇ ਇਲੈਕਟ੍ਰੀਸਿਟੀ ਨੂੰ ਵੀ ਪਾਸ ਕਰ ਦਿੰਦੀਆਂ ਨੇਗੀਆਂ। ਫੋਰ ਐਗਜ਼ਾਮਪਲ ਆਇਰਨ ਰੋਡ, ਕਾਪਰ ਵਾਇਰ, ਇਹ ਸਾਰੇ ਗੁੱਡ ਕੰਡਕਟਰਸ ਆ ਇਲੈਕਟ੍ਰੀਸਿਟੀ ਦੀ। ਅਤੇ ਜੇ ਆਪਾਂ ਇੱਕ ਪਾਸੇ ਨॉन ਮੈਟਲਸ ਦੀ ਗੱਲ ਕਰੀਏ, ਨॉन ਮੈਟਲਸ ਆਰ ਬੈਡ ਕੰਡਕਟਰਸ ਆਫ ਹੀਟ ਐਂਡ ਇਲੈਕਟ੍ਰੀਸਿਟੀ। ਐਕਸੈਪਸ਼ਨ ਇਹਦੇ ਵਿੱਚ ਕੀ ਆ, ਗ੍ਰੇਫਾਈਟ ਹੈਗਾ। ਗ੍ਰੇਫਾਈਟ ਇੱਕ ਐਵੇਂ ਦਾ ਜਿਹੜਾ ਗੁੱਡ ਕੰਡਕਟਰ ਹੈਗਾ ਇਲੈਕਟ੍ਰੀਸਿਟੀ ਦਾ, ਜਿਹਦੇ 'ਚੋਂ ਇਲੈਕਟ੍ਰੀਸਿਟੀ ਪਾਸ ਕਰ ਸਕਦੀ ਹੈਗੀ। ਅਦਰਵਾਈਜ਼ ਬਾਕੀ ਜਿੰਨੇ ਵੀ ਨॉन ਮੈਟਲਸ ਆ ਗਏ ਉਹ ਸਾਰੇ ਬੈਡ ਕੰਡਕਟਰ ਹੁੰਦੇ ਆ। ਤਾਂ ਇੱਥੇ ਤੁਹਾਡੇ ਕੁਐਸਚਨ ਬਣ ਸਕਦਾ ਕਿ ਕਿਹੜੀ ਨॉन ਮੈਟਲ ਹੈ ਜਿਹੜੀ ਗੁੱਡ ਕੰਡਕਟਰ ਹੈ ਇਲੈਕਟ੍ਰੀਸਿਟੀ ਐਂਡ ਹੀਟ ਦੀ। ਗ੍ਰੇਫਾਈਟ। ਗ੍ਰੇਫਾਈਟ ਕੀ ਹੈ, ਇੱਕ ਐਲੋਟ੍ਰੋਪ ਹੈ ਕਾਰਬਨ ਦਾ। ਕਾਰਬਨ ਦੇ ਬੇਸਿਕਲੀ 3 ਐਲੋਟ੍ਰੋਪਸ ਆ ਜਾਂਦੇ ਨੇ। ਪਹਿਲਾ ਆ ਜਾਂਦਾ ਡਾਇਮੰਡ, ਸੈਕਿੰਡ ਆ ਜਾਂਦਾ ਗ੍ਰੇਫਾਈਟ, ਥਰਡ ਆ ਜਾਂਦਾ ਬਕਨਿਸਟਰ। ਇਹ ਤੁਸੀਂ ਯਾਦ ਰੱਖਣਾ ਹੈ ਗ੍ਰੇਫਾਈਟ ਵਾਲੀ ਐਗਜ਼ਾਮਪਲ। ਅਤੇ ਮੈਟਲਸ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਆਇਰਨ ਰੋਡ, ਕਾਪਰ ਵਾਇਰ ਆਰ ਗੁੱਡ ਕੰਡਕਟਰਸ ਆਫ ਇਲੈਕਟ੍ਰੀਸਿਟੀ। ਤਾਂ ਹੀ ਉਹ ਯੂਜ਼ ਹੁੰਦੀਆਂ ਨੇ ਬੇਟਾ ਕਾਪਰ ਵਾਇਰਸ ਇਲੈਕਟ੍ਰਿਕ ਵਾਇਰ ਦੀ ਤਰ੍ਹਾਂ, ਕਿਉਂਕਿ ਉਹ ਆਪਣੇ 'ਚੋਂ ਇਲੈਕਟ੍ਰੀਸਿਟੀ ਪਾਸ ਕਰਨ ਦੇ ਸਕਦੀਆਂ ਨੇਗੀਆਂ। ਠੀਕ ਹੈ, ਜਦ ਕਿ ਵੁੱਡ ਐਂਡ ਪਲਾਸਟਿਕਸ ਹੋ ਗਏ, ਜਿਹੜੇ ਆਪਾਂ ਹੈਂਡਲਸ ਯੂਜ਼ ਕਰਦੇ ਆ, ਆਪਣੇ ਕੁਕਿੰਗ ਯੂਟੈਂਸਿਲਸ ਆ ਗਏ, ਜਿੰਨੇ ਵੀ ਆਪਣੇ ਭਾਂਡੇ ਆ ਗਏ, ਉਹਨਾਂ ਦੇ ਜਿਹੜੇ ਹੈਂਡਲ ਬਣੇ ਹੁੰਦੇ ਆ ਜਾਂ ਤਾਂ ਉਹ ਲੱਕੜ ਦੇ ਬਣੇ ਹੁੰਦੇ ਆ ਜਾਂ ਪਲਾਸਟਿਕ ਦੇ, ਉਹ ਤਾਂ ਬਣੇ ਹੁੰਦੇ ਆ ਕਿਉਂਕਿ ਉਹ ਪੂਅਰ ਕੰਡਕਟਰ ਹੁੰਦੇ ਆ ਇਲੈਕਟ੍ਰੀਸਿਟੀ ਦੇ। ਠੀਕ ਹੈ, ਈਵਨ ਕਿ ਕੋਲ ਐਂਡ ਸਲਫਰ ਵੀ ਕਿਹੜੇ ਨੇ, ਪੂਅਰ ਕੰਡਕਟਰ ਆ ਗਏ ਇਲੈਕਟ੍ਰੀਸਿਟੀ ਦੇ। ਤੁਸੀਂ ਯਾਦ ਰੱਖਣਾ ਹੈ ਗ੍ਰੇਫਾਈਟ ਵਾਲੀ ਐਗਜ਼ਾਮਪਲ ਜ਼ਰੂਰ ਯਾਦ ਰੱਖਿਓ। ਇੱਥੇ ਐਕਸੈਪਸ਼ਨਲ ਕੇਸ 'ਚੋਂ ਹੀ ਕੁਐਸਚਨ ਬਣਦੇ ਹੁੰਦੇ ਨੇਗੇ ਪੇਪਰ ਦੇ ਵਿੱਚ। ਨੈਕਸਟ ਆ ਗਿਆ ਸੋਨੋਰਸ। ਸੋਨੋਰਸ ਆ ਗਿਆ ਮਧੁਰ। ਜੇਕਰ ਆਪਾਂ ਇੱਕ ਸਿੰਪਲ ਭਾਸ਼ਾ 'ਚ ਕਹੀਏ ਚਮਕ। ਜਿਹੜੇ ਮੈਟਲਸ ਹੁੰਦੇ ਨੇ ਉਹ ਸੋਨੋਰਸ ਹੁੰਦੇ ਨੇਗੇ। ਦੇ ਪ੍ਰੋਡਿਊਸ ਆ ਚਮਕ ਨਹੀਂ ਮਤਲਬ ਸਾਊਂਡ ਪ੍ਰੋਡਿਊਸ ਕਰਦੇ ਨੇ। ਦੇ ਪ੍ਰੋਡਿਊਸ ਆ ਟਿਪੀਕਲ ਸੋਨੋਰਸ ਮੈਟੈਲਿਕ ਸਾਊਂਡ ਵੈਨ ਹਿੱਟ ਵਿਦ ਸਮਥਿੰਗ। ਜਦੋਂ ਆਪਾਂ ਉਹਨਾਂ ਨੂੰ ਕਿਸੇ ਚੀਜ਼ ਨਾਲ ਹਿੱਟ ਕਰਦੇ ਹਾਂ ਮੈਟਲਸ ਨੂੰ, ਤਾਂ ਉਹ ਇੱਕ ਆਵਾਜ਼ ਪ੍ਰੋਡਿਊਸ ਕਰਦੇ ਨੇਗੇ, ਤਾਂ ਕਰਕੇ ਉਹਨਾਂ ਨੂੰ ਸੋਨੋਰਸ ਕਿਹਾ ਜਾਂਦਾ ਹੈ। ਨॉन ਮੈਟਲ ਸੋਨੋਰਸ ਨਹੀਂ ਹੁੰਦੇ। ਲੱਕੜ ਦੇ ਉੱਤੇ ਚਾਹੇ ਤੁਸੀਂ ਕੁਛ ਵੀ ਮਾਰ ਲਓ, ਉੱਥੇ ਆਵਾਜ਼ ਨਹੀਂ ਆਊਗੀ ਕਿਸੇ ਵੀ ਤਰ੍ਹਾਂ ਦੀ।
ਤੇ ਜਦ ਕਿ ਜਿਹੜੀਆਂ ਆਪਣੀਆਂ ਟੈਂਪਲਸ ਦੇ ਵਿੱਚ ਬੈਲਸ ਲੱਗੀਆਂ ਹੁੰਦੀਆਂ ਨੇਗੀਆਂ ਉਹ ਮੈਟਲ ਦੀਆਂ ਬਣੀਆਂ ਹੁੰਦੀਆਂ ਨੇ, ਆਇਰਨ ਦੀਆਂ ਬਣੀਆਂ ਹੁੰਦੀਆਂ ਨੇਗੀਆਂ। ਤੇ ਜਦੋਂ ਉਹਨਾਂ ਤੇ ਆਪਾਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਕਰਦੇ ਤਾਂ ਉਹ ਇੱਕ ਸੋਨਰਸ ਸਾਊਂਡ ਪ੍ਰੋਡਿਊਸ ਕਰਦੀਆਂ ਨੇਗੀਆਂ, ਠੀਕ ਹੈ। ਉਹ ਮੈਟਲਸ ਹੋ ਗਿਆ। ਨੋਨ ਮੈਟਲਸ ਆਰ ਨੋਨ ਸੋਨਰਸ। ਨੈਕਸਟ ਆ ਗਿਆ ਲਸਟਰਸ। ਲਸਟਰਸ ਹੁੰਦਾ ਬੇਟਾ ਚਮਕੀਲਾ। ਮੈਟਲਸ ਹੁੰਦੇ ਨੇ ਜਿਹੜੇ ਉਹ ਸ਼ਾਈਨੀ ਹੁੰਦੇ ਹੈਗੇ, ਉਹਨਾਂ ਦੇ ਵਿੱਚ ਇੱਕ ਲਸਟਰ ਪ੍ਰੋਪਰਟੀ ਹੁੰਦੀ ਹੈਗੀ ਕਿ ਉਹ ਸ਼ਾਈਨ ਕਰਦੇ ਨੇਗੇ। ਜਿਵੇਂ ਆਇਰਨ ਐਂਡ ਐਲੂਮੀਨੀਅਮ, ਜਿਹੜੇ ਪੇਪਰ ਐਲੂਮੀਨੀਅਮ ਵਾਲਾ ਪੇਪਰ ਹੈ ਜਿਹਦੇ 'ਚ ਆਪਾਂ ਰੋਟੀ ਰੈਪ ਕਰਦੇ ਉਹ 'ਚ ਦੇਖੋ ਕਿੰਨੀ ਸ਼ਾਈਨ ਹੁੰਦੀ ਆ, ਹੈ ਨਾ, ਉਹ ਮੈਟਲਸ ਦੇ ਵਿੱਚ ਆ ਜਾਂਦਾ ਹੈਗਾ। ਨੋਨ ਮੈਟਲਸ ਹੁੰਦੇ ਨੇ ਯੂਜ਼ਲੀ ਡਲ ਹੁੰਦੇ ਨੇ, ਬਟ ਇਹਦੇ 'ਚ ਜਿਹੜੀ ਐਕਸੈਪਸ਼ਨਸ ਆ ਜਾਂਦੀਆਂ ਨੇਗੀਆਂ ਡਾਇਮੰਡ ਅਤੇ ਗ੍ਰੇਫਾਈਟ ਦੀ ਆ ਜਾਂਦੀ ਹੈ। ਜਿਹੜੇ ਮੈਂ ਤੁਹਾਨੂੰ ਕਿਹਾ ਕਾਰਬਨ ਦੇ 2 ਐਲੋਟ੍ਰੋਪਸ ਹੁੰਦੇ ਨੇਗੇ, ਡਾਇਮੰਡ ਐਂਡ ਗ੍ਰੇਫਾਈਟ, ਇਹ ਦੋਨੋਂ ਹੀ ਚਮਕੀਲੇ ਹੁੰਦੇ ਆ, ਇਹਨਾਂ ਦੋਨਾਂ ਦੇ ਵਿੱਚ ਹੀ ਸ਼ਾਈਨ ਹੁੰਦੀ ਆ। ਜੇਕਰ ਆਪਾਂ ਗ੍ਰੇਫਾਈਟ ਦੀ ਐਗਜ਼ਾਮਪਲ ਲਈਏ ਤਾਂ ਗ੍ਰੇਫਾਈਟ ਦੀ ਐਗਜ਼ਾਮਪਲ ਇੱਥੇ ਬੇਟਾ ਪੈਨਸਿਲ ਦਾ ਲੈਡ ਆ ਜਾਂਦਾ। ਜਿਹੜੀ ਆਪਣੀ ਪੈਨਸਿਲ ਆਪਾਂ ਯੂਜ਼ ਕਰਦੇ ਹਾਂ, ਜਿਹੜਾ ਉਹਦੇ 'ਚ ਸਿੱਕਾ ਹੁੰਦਾ ਹੈਗਾ ਉਹ ਗ੍ਰੇਫਾਈਟ ਦਾ ਬਣਿਆ ਹੁੰਦਾ ਹੈਗਾ, ਠੀਕ ਹੈ। ਅਤੇ ਆਪਾਂ ਪਹਿਲਾਂ ਵੀ ਪੜ੍ਹਿਆ ਗ੍ਰੇਫਾਈਟ ਕੀ ਹੈ, ਗੁੱਡ ਕੰਡਕਟਰ ਹੈ ਇਲੈਕਟ੍ਰੀਸਿਟੀ ਐਂਡ ਹੀਟ ਦਾ। ਅਤੇ ਨੋਨ ਮੈਟਲਸ ਦੀ ਐਗਜ਼ਾਮਪਲ ਇਹਨਾਂ ਨੇ ਕਿਹੜੀ ਦਿੱਤੀ ਹੈ ਨੀਚੇ, ਕੋਲ ਐਂਡ ਵੁੱਡ। ਨੈਕਸਟ ਆ ਗਈ ਫਿਜ਼ੀਕਲ ਸਟੇਟ। ਮੈਟਲ ਐਂਡ ਨੋਨ ਮੈਟਲ ਦੀ ਫਿਜ਼ੀਕਲ ਸਟੇਟ ਕੀ ਹੁੰਦੀ ਹੈ। ਜਿਹੜੇ ਮੈਟਲਸ ਹੁੰਦੇ ਆ, ਮੋਸਟ ਆਫ ਦਾ ਮੈਟਲਸ ਆਰ ਅਵੇਲੇਬਲ ਐਜ਼ ਸੋਲਿਡ ਐਂਡ ਹਾਰਡ ਐਟ ਦਾ ਰੂਮ ਟੈਂਪਰੇਚਰ ਐਕਸੈਪਟ ਬਿਲੋ ਮੈਟਲਸ। ਕਹਿੰਦੇ ਜਿਹੜੇ ਮੈਟਲਸ ਹੁੰਦੇ ਨੇ ਮੋਸਟਲੀ ਇਹ ਸੋਲਿਡ ਹੁੰਦੇ ਨੇਗੇ ਅਤੇ ਇਹ ਹਾਰਡ ਹੁੰਦੇ ਨੇਗੇ ਰੂਮ ਟੈਂਪਰੇਚਰ 'ਤੇ। ਬਟ ਆਹ ਜਿਹੜੀ ਮਰਕਰੀ ਹੈ ਇੱਕ ਐਕਸੈਪਸ਼ਨਲ ਕੇਸ ਹੈ, ਜਿਹੜੀ ਲਿਕੁਅਡ ਦੇ ਵਿੱਚ ਐਜ਼ ਏ ਮੈਟਲ ਯੂਜ਼ ਹੁੰਦੀ ਹੈਗੀ। ਜਿਹੜੇ ਆਪਣੇ ਥਰਮੋਮੀਟਰਸ ਹੁੰਦੇ ਹੈਗੇ, ਜਿੰਨੇ ਵੀ ਆਪਣੇ ਚਾਹੇ ਟੈਂਪਰੇਚਰ ਚੈੱਕ ਕਰਨ ਦੇ ਲਈ ਹੁੰਦੇ ਆ, ਚਾਹੇ ਉਹ ਕਲੀਨਿਕਲ ਥਰਮਾਮੀਟਰ ਹੈ ਚਾਹੇ ਲੈਬੋਰਟਰੀ ਥਰਮਾਮੀਟਰ ਹੈ ਨਾ, ਤਾਂ ਉਹਨਾਂ ਦੇ ਵਿੱਚ ਜਿਹੜਾ ਲਿਕੁਅਡ ਹੁੰਦਾ ਉਹ ਮਰਕਰੀ ਹੁੰਦਾ ਹੈਗਾ ਅਤੇ ਉਹ ਇੱਕ ਮੈਟਲ ਹੁੰਦੀ ਆ ਅਤੇ ਉਹ ਲਿਕੁਅਡ ਸਟੇਟ ਦੇ ਵਿੱਚ ਐਗਜ਼ਿਸਟ ਕਰਦੀ ਹੈਗੀ। ਜਿਹੜੇ ਸੋਡੀਅਮ ਐਂਡ ਪੋਟਾਸ਼ੀਅਮ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਨਾਈਫ ਨਾਲ ਕੱਟ ਕਰ ਸਕਦੇ ਹਾਂਗੇ। ਸੋਡੀਅਮ ਐਂਡ ਪੋਟਾਸ਼ੀਅਮ ਆਰ ਸੋ ਸੋਫਟ ਦੈਟ ਦੇ ਕੈਨ ਬੀ ਕੱਟ ਵਿਦ ਨਾਈਫ। ਇਹ ਐਕਸੈਪਸ਼ਨਲ ਕੇਸ ਨੇਗੇ। ਵੈਸੇ ਮੈਟਲਸ ਇਹ ਕਹਿ ਰਹੇ ਨੇ ਹਾਰਡ ਹੁੰਦੇ ਹੈਗੇ, ਸਖਤ ਹੁੰਦੇ ਹੈਗੇ। ਮਰਕਰੀ ਲਿਕੁਅਡ ਸਟੇਟ ਦੇ ਵਿੱਚ ਪਾਇਆ ਜਾਂਦਾ। ਸੋਡੀਅਮ ਐਂਡ ਪੋਟਾਸ਼ੀਅਮ ਆਰ ਸੋ ਸੋਫਟ ਦੈਟ ਦੇ ਕੈਨ ਬੀ ਕੱਟ ਵਿਦ ਨਾਈਫ। ਅਤੇ ਜਿਹੜੇ ਨੋਨ ਮੈਟਲਸ ਹੁੰਦੇ ਨੇ ਬੇਟਾ ਉਹ ਤਿੰਨੋਂ ਸਟੇਟਸ ਦੇ ਵਿੱਚ ਐਗਜ਼ਿਸਟ ਕਰਦੇ ਨੇ, ਸੋਲਿਡ ਵੀ, ਲਿਕੁਅਡ ਵੀ ਅਤੇ ਗੈਸ ਵੀ, ਠੀਕ ਹੈ। ਐਗਜ਼ਾਮਪਲਸ ਆਫ ਮੈਟਲਸ ਆਰ ਆਇਰਨ, ਕਾਪਰ, ਐਲੂਮੀਨੀਅਮ, ਕੈਲਸ਼ੀਅਮ, ਮੈਗਨੀਸ਼ੀਅਮ। ਇਹ ਸਾਰੀਆਂ ਕਿਹਦੀਆਂ ਐਗਜ਼ਾਮਪਲਸ ਆ ਗਈਆਂ, ਮੈਟਲਸ 'ਤੇ ਆ ਗਈਆਂ। ਨੋਨ ਮੈਟਲਸ 'ਤੇ ਆ ਗਈਆਂ ਸਲਫਰ, ਕਾਰਬਨ, ਆਕਸੀਜਨ, ਫੋਸਫੋਰਸ। ਮਤਲਬ ਨੋਨ ਮੈਟਲਸ ਐਜ਼ ਏ ਗੈਸ ਵੀ ਐਗਜ਼ਿਸਟ ਕਰਦੀਆਂ ਨੇਗੀਆਂ, ਜਿਹਦੇ ਵਿੱਚ ਤੁਸੀਂ ਐਗਜ਼ਾਮਪਲ ਆਕਸੀਜਨ ਦੀ ਲੈ ਸਕਦੇ ਹੋਗੇ। ਐਜ਼ ਏ ਲਿਕੁਅਡ ਵੀ ਐਗਜ਼ਿਸਟ ਕਰਦੀਆਂ ਨੇ, ਜਿਸ 'ਚ ਹਾਈਡਰੋਜਨ ਅਤੇ ਆਕਸੀਜਨ ਦਾ ਕੋਂਬੀਨੇਸ਼ਨ ਆ ਜਾਊਗਾ। ਐਂਡ ਐਜ਼ ਏ ਸੋਲਿਡ ਵੀ ਐਗਜ਼ਿਸਟ ਕਰਦੀਆਂ ਨੇਗੀਆਂ, ਜਿਹਦੇ 'ਚ ਤੁਸੀਂ ਵਾਟਰ ਦੀ ਫੋਰਮ ਜਿਹੜੀ ਆਈਸ ਹੋ ਗਈ ਹੈ ਨਾ, ਉਹ ਸੋਲਿਡ ਫੋਰਮ ਦੇ ਵਿੱਚ ਹੋ ਗਈ, ਉਹਦੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਆ ਗਿਆ ਰਿਐਕਸ਼ਨ ਆਫ ਮੈਟਲ ਵਿਦ ਆਕਸੀਜਨ। ਜਿਹੜੀ ਆਕਸੀਜਨ ਨਾਲ ਜਦੋਂ ਆਪਾਂ ਮੈਟਲ ਦੀ ਰਿਐਕਸ਼ਨ ਕਰਦੇ ਆਂਗੇ ਤਾਂ ਕੀ ਹੁੰਦਾ ਹੈ। ਦੇਖੋ ਮੈਟਲ ਨੂੰ ਜਦੋਂ ਆਪਾਂ ਬੇਟਾ ਆਕਸੀਜਨ ਨਾਲ ਰਿਐਕਟ ਕਰਦੇ ਹਾਂ ਮੋਇਸਚਰ ਦੀ ਪ੍ਰੈਜੈਂਟ ਦੇ ਵਿੱਚ, ਮੋਇਸਚਰ ਕੀ ਹੋ ਗਿਆ, ਵਾਟਰ ਦੀ ਪ੍ਰੈਜੈਂਟ ਦੇ ਵਿੱਚ, ਤਾਂ ਆਕਸਾਈਡ ਬਣਦਾ, ਮੈਟਲ ਆਕਸਾਈਡ ਬਣਦਾ ਹੈਗਾ। ਇੱਥੇ ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ, ਪਹਿਲਾਂ ਆ ਗਿਆ ਕਿ ਜਿਹੜੇ ਮੈਟਲ ਆਕਸਾਈਡ ਬਣਦੇ ਨੇ, ਮੈਟਲ ਆਕਸਾਈਡ ਕਿਵੇਂ ਬਣਦਾ, ਮੈਟਲ ਪਲੱਸ ਆਕਸੀਜਨ ਪਲੱਸ ਵਾਟਰ ਨਾਲ ਰਿਐਕਟ ਕਰਕੇ ਮੈਟੈਲਿਕ ਆਕਸਾਈਡ ਬਣਦਾ। ਉਹ ਬੇਸਿਕ ਹੁੰਦਾ ਨੇਚਰ ਦੇ ਵਿੱਚ, ਮਤਲਬ ਬੇਸਿਕ ਇਨ ਦਾ ਸੈਂਸ ਬੇਸ, ਐਜ਼ ਏ ਬੇਸ ਉਹ ਐਗਜ਼ਿਸਟ ਕਰਦਾ ਹੈਗਾ। ਐਸਿਡ ਬੇਸ ਵਾਲਾ ਚੈਪਟਰ ਆਪਾਂ ਜਿਹੜਾ ਨੈਕਸਟ ਕਲਾਸ 'ਚ ਪੜ੍ਹਾਂਗੇ। ਅਤੇ ਜਿਵੇਂ ਨੀਚੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ, ਜਿਵੇਂ ਆਇਰਨ Fe ਉਹਦਾ ਸਿੰਬਲ ਹੈਗਾ, ਆਕਸੀਜਨ ਦਾ O2 ਹੋ ਗਿਆ, ਮੋਇਸਚਰ ਦਾ H2O ਹੋ ਗਿਆ, ਤਾਂ ਉੱਥੋਂ ਆਇਰਨ ਆਕਸਾਈਡ ਬਣ ਗਿਆ Fe2O3। ਸਿਮਿਲਰਲੀ ਜੇਕਰ ਆਪਾਂ ਮੈਗਨੀਸ਼ੀਅਮ ਨੂੰ ਬਰਨ ਕਰਦੇ ਏਅਰ ਦੇ ਵਿੱਚ ਤਾਂ ਉਹ ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ ਹੈ, ਠੀਕ ਹੈ। ਇਹ ਆ ਗਿਆ ਵੀ ਆਕਸੀਜਨ ਨਾਲ ਰਿਐਕਟ ਕਰਦੇ ਨੇਗੇ। ਮੇਨ ਇੱਥੋਂ ਇੰਪੋਰਟੈਂਟ ਗੱਲ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ ਮੈਟੈਲਿਕ ਆਕਸਾਈਡਸ ਹੁੰਦੇ ਨੇ ਜਿਹੜੇ ਉਹ ਬੇਸਿਕ ਹੁੰਦੇ ਨੇ ਨੇਚਰ ਦੇ ਵਿੱਚ, ਅਤੇ ਬੇਸ ਦੀ ਇੱਕ ਖਾਸ ਪ੍ਰੋਪਰਟੀ ਉਹ ਹੁੰਦੀ ਹੈ ਬੇਟਾ ਕਿ ਉਹ ਰੈੱਡ ਲਿਟਮਸ ਪੇਪਰ ਨੂੰ ਬਲੂ 'ਚ ਕਨਵਰਟ ਕਰ ਦਿੰਦੇ ਨੇ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਆ ਗਿਆ ਰਿਐਕਸ਼ਨ ਆਫ ਨੋਨ ਮੈਟਲਸ ਵਿਦ ਆਕਸੀਜਨ। ਹੁਣ ਉਹ ਮੈਟਲਸ ਸੀ, ਇਹ ਨੋਨ ਮੈਟਲਸ ਆ ਗਏ। ਨੋਨ ਮੈਟਲਸ 'ਤੇ ਵੀ ਆਕਸਾਈਡਸ ਵੀ ਬਣਦੇ ਆ ਅਤੇ ਉਹ ਐਸੀਡਿਕ ਹੁੰਦੇ ਆ ਨੇਚਰ ਦੇ ਵਿੱਚ। ਇੱਥੇ ਤੁਸੀਂ ਇਹ ਯਾਦ ਰੱਖਣਾ ਕਿ ਉਹ ਐਸੀਡਿਕ ਹੁੰਦੇ ਆ। ਜਿਵੇਂ ਸਲਫਰ ਆਕਸੀਜਨ ਨਾਲ ਰਿਐਕਟ ਕਰਕੇ SO2 ਗੈਸ ਬਣਾ ਦਿੰਦਾ ਹੈਗਾ, ਐਸੀਡਿਕ ਹੁੰਦਾ ਉਹ ਰਿਐਕਸ਼ਨ ਦੇ ਵਿੱਚ, ਠੀਕ ਹੈ।
ਰਿਐਕਸ਼ਨ ਆਫ ਮੈਟਲ ਵਿਦ ਵਾਟਰ, ਜੇਕਰ ਆਪਾਂ ਸਿੱਧਾ ਕਿਸੇ ਮੈਟਲ ਨੂੰ ਵਾਟਰ ਨਾਲ ਰਿਐਕਟ ਕਰਾ ਰਹੇ ਹਾਂ ਤਾਂ ਉਹ 'ਚ ਹਾਈਡਰੋਕਸਾਈਡ ਬਣਦਾ ਹੁੰਦਾ ਹੈਗਾ। ਹਾਈਡਰੋਕਸਾਈਡ ਦਾ ਮੀਨਿੰਗ ਹੀ ਹੁੰਦਾ ਕਿ ਉਹਦੇ ਵਿੱਚ ਵਾਟਰ ਪ੍ਰੈਜ਼ੈਂਟ ਹੈ। ਹਾਈਡਰੋਕਸਾਈਡ ਦਾ ਸਿੰਬਲ ਹੁੰਦਾ OH, ਠੀਕ ਹੈ। ਅਤੇ ਇਹੀ ਸੀਗਾ ਬੇਟਾ ਅੱਜ ਦਾ ਤੁਹਾਡਾ ਜਿਹੜਾ ਲੈਕਚਰ ਸੀਗਾ, ਜਿਹਦੇ ਵਿੱਚ ਆਪਾਂ ਕੀ ਪੜ੍ਹਿਆ, ਮੈਟਲਸ ਨੋਨ ਮੈਟਲਸ ਦੇ ਆਪਾਂ ਡਿਫਰੈਂਸ਼ੀਏਟ ਕਰ ਲਿਆ, ਉਹਨਾਂ ਦੀਆਂ ਪ੍ਰੋਪਰਟੀਜ਼ ਨੂੰ ਡਿਸਕਸ ਕਰ ਲਿਆ ਕਿ ਕਿਹਦੇ 'ਚ ਕੀ ਇਹਨਾਂ 'ਚ ਡਿਫਰੈਂਸ ਹੈ। ਤੁਸੀਂ ਐਕਸੈਪਸ਼ਨਲ ਕੇਸਿਸ ਯਾਦ ਰੱਖਣੇ ਨੇ ਪੇਪਰ ਦੇ ਵਿੱਚ, MCQs ਫੋਰਮ ਦੇ ਵਿੱਚ ਐਕਸੈਪਸ਼ਨਲ ਕੇਸਿਸ ਹੀ ਜ਼ਿਆਦਾ ਪੁੱਛੇ ਜਾਂਦੇ ਨੇ। ਬਾਕੀ ਮੈਟਲ ਆਕਸਾਈਡ ਹੁੰਦੇ ਨੇ ਜਿਹੜੇ ਉਹ ਬੇਸਿਕ ਹੁੰਦੇ ਨੇਗੇ, ਨੋਨ ਮੈਟਲ ਆਕਸਾਈਡ ਐਸਿਡਿਕ ਹੁੰਦੇ ਨੇ। ਇੱਦਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਨੇਗੇ। ਨੈਕਸਟ ਵੀਡੀਓ ਦੇ ਲਈ ਬੇਟਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ। ਧੰਨਵਾਦ।